हेलो एवरीवन सत श्री अकाल सारिਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਆਪਾਂ ਕਰ ਰਹੇ ਹਾਂ 4th ਕਲਾਸ ਦੀ ਮੈਥਸ ਦੀ ਬੁੱਕ ਤੇ ਉਹਦਾ 5th ਚੈਪਟਰ ਮੈਜ਼ਰਮੈਂਟ ਦਾ ਮਤਲਬ ਹੁੰਦਾ ਹੈ ਮਾਪ। ਚਲੋ ਸ਼ੁਰੂ ਕਰਦੇ ਹਾਂ। ਆਬਜੈਕਟਿਵਸ ਉਦੇਸ਼ ਕੀ ਨੇ? ਟੂ enable the students ਵਿਦਿਆਰਥੀਆਂ ਨੂੰ ਸਮਰਥ ਬਣਾਉਣਾ। ਕਿਹੜੀ ਗੱਲਾਂ ਦੇ? ਨੰਬਰ 1 to compare length, weight and capacity of the things, ਚੀਜ਼ਾਂ ਦੀ ਲੰਬਾਈ, ਭਾਰ ਤੇ ਨਾਲ ਦੀ ਨਾਲ ਕੈਪੈਸਿਟੀ ਵੀ ਉਹ ਕਿੰਨਾ ਸਮਾਨ ਆਪਣੇ ਵਿੱਚ ਰੱਖ ਸਕਦੇ ਨੇ, ਜੜ ਸਕਦੇ ਨੇ, ਉਹ ਸਿੱਖਣਾ। ਸੈਕਿੰਡ to make them measure length, weight and capacity in units, ਤੇ ਨਾਲ ਦੀ ਨਾਲ ਉਹਨਾਂ ਨੂੰ ਇਹ ਸਿਖਾਣਾ ਵੀ ਕਿਵੇਂ ਲੰਬਾਈ, ਭਾਰ ਤੇ ਕੈਪੈਸਿਟੀ ਨੂੰ ਤੋਲਣਾ ਹੈ, ਦੇਖਣਾ ਹੈ, ਮਾਪਣਾ ਹੈ ਯੂਨਿਟਸ ਦੇ ਵਿੱਚ। To find relation of meter and centimeter, यानी कि मीटर ते सेंटीमीटर जो लंबाई दे यूनिट हैगे ने उन्हां विच की आपस दे विच रिश्ता हैगा। जिवें कि आपां पढ़िया सी कि 1 रुपी किहदे बराबर हुंदा है? 100 पैसे दे। उवें ही मीटर ते सेंटीमीटर दे विच रिश्ता हुंदा है। फोर्थ, to solve problems in daily life related to length, weight and capacity, ਰੋਜ਼ਾਨਾ ਦੇ ਜੀਵਨ ਦੇ ਵਿੱਚ ਲੰਬਾਈ, ਭਾਰ ਤੇ ਕੈਪੈਸਿਟੀ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਹੱਲ ਕਰਨਾ। ਫਿਫਥ, ਟੂ ਗੈਟ ਰੈਡੀ ਫॉर ਕੰਪੀਟੀਟਿਵ ਐਗਜ਼ਾਮਸ, ਯਾਨੀ ਕਿ ਤਿਆਰੀ ਰੱਖਣਾ ਅੱਗੇ ਦੇ ਮੁਕਾਬਲਿਆਂ ਲਈ। ਰਿਵੀਜ਼ਨ ਕਰ ਲੈਂਦੇ ਹਾਂ ਇੱਕ ਵਾਰ। ਇੱਥੇ ਫਰਸਟ ਕੁਐਸਚਨ ਹੈਗਾ the length of pencil is 19 dash ਸੈਂਟੀਮੀਟਰ, ਕਿਲੋਗ੍ਰਾਮ ਜਾਂ ਮੀਟਰ। ਸਵਾਲ ਇਹ ਪੁੱਛਿਆ ਗਿਆ ਵੀ ਜੋ ਪੈਨਸਿਲ ਹੈਗੀ ਆ ਉਹਦੀ ਲੰਬਾਈ ਹੈਗੀ ਹੈ 19, ਉਹ ਸੈਂਟੀਮੀਟਰ ਦੇ ਵਿੱਚ ਹੁੰਦੀ ਹੈ ਲੰਬਾਈ, ਕਿਲੋਗ੍ਰਾਮ ਦੇ ਵਿੱਚ ਹੁੰਦੀ ਹੈ ਜਾਂ ਮੀਟਰ ਦੇ ਵਿੱਚ? ਉਹ ਹੁੰਦੀ ਹੈ ਜੀ ਸੈਂਟੀਮੀਟਰ ਦੇ ਵਿੱਚ। ਇੱਥੇ ਲਿਖ ਦਾਂਗੇ ਸੈਂਟੀਮੀਟਰ। ਸੈਕਿੰਡ ਕੁਐਸਚਨ weight of a brick is 3 ਲੀਟਰ, ਕਿਲੋਗ੍ਰਾਮ ਜਾਂ ਮੀਟਰ? ਇੱਟ ਦਾ ਜਿਹੜਾ ਭਾਰ ਹੈਗਾ ਉਹ ਲੀਟਰ ਦੇ ਵਿੱਚ ਹੋਏਗਾ, ਕਿਲੋਗ੍ਰਾਮ ਦੇ ਵਿੱਚ ਹੋਏਗਾ ਜਾਂ ਮੀਟਰ ਦੇ ਵਿੱਚ? ਭਾਰ ਦਾ ਯੂਨਿਟ ਹੁੰਦਾ ਹੈ ਕਿਲੋਗ੍ਰਾਮ। ਥਰਡ ਕੁਐਸਚਨ there is 2 dash water in the jug, 2 ਕੀ ਹੈਗਾ? 2 ਲੀਟਰ ਜਗ ਦੇ ਵਿੱਚ ਪਾਣੀ ਹੈਗਾ, 2 ਕਿਲੋਗ੍ਰਾਮ ਜਾਂ 2 ਮੀਟਰ? 2 ਲੀਟਰ। ਕੈਪੈਸਿਟੀ ਲੀਟਰ ਦੇ ਵਿੱਚ ਹੁੰਦੀ ਹੈ। ਫੋਰਥ ਕੁਐਸਚਨ ਦੇ ਵਿੱਚ ਕੀ ਹੈ? draw a picture on weighing scale, weighing scale ਦੇ ਵਿੱਚ ਤੁਸੀਂ ਫੋਟੋ ਬਣਾਣੀ ਹੈ, ਪਿਕਚਰ ਬਣਾਣੀ ਹੈ। ਇਹ ਚੀਜ਼ ਜਿਹੜੀ ਹੈਗੀ ਹੈ ਉੱਤੇ ਹੈਗੀ ਹੈ, ਯਾਨੀ ਕਿ ਇਹ ਹਲਕੀ ਹੈਗੀ ਹੈ। ਇੱਥੇ ਆਪਾਂ ਬਣਾ ਸਕਦੇ ਹਾਂ, ਮੰਨ ਲਓ ਇੱਕ ਸੇਬ, ਤੇ ਭਾਰੀ ਹੈਗੀ ਹੈ ਥੱਲੇ ਨੂੰ ਹੈਗੀ ਹੈ। ਇੱਥੇ ਆਪਾਂ ਬਣਾ ਦਿੰਦੇ ਹਾਂ 2 ਸੇਬ, ਉਹ ਭਾਰੇ ਹੋਣਗੇ, ਉਹ ਥੱਲੇ ਨੂੰ ਜਾਣਗੇ। ਠੀਕ ਹੈ। ਫਿਫਥ ਕੁਐਸਚਨ ਦੇ ਵਿੱਚ ਕਿਹਾ ਗਿਆ ਕਲਰ ਦ ਗਿਵਨ ਕੰਟੇਨਰ ਹੈਵਿੰਗ ਕੈਪੈਸਿਟੀ ਅਪ ਟੂ 2 ਲੀਟਰ। ਇਹ ਕੰਟੇਨਰ ਦਿੱਤਾ ਗਿਆ, ਇਹਦੇ ਵਿੱਚ ਆਪਾਂ ਭਰਨਾ 2 ਲੀਟਰ ਤੱਕ ਕਿੰਨਾ ਸਮਾਨ ਆਏਗਾ। ਇੱਥੋਂ ਸ਼ੁਰੂ ਕਰਾਂਗੇ, 2 ਲੀਟਰ ਇੱਥੇ ਤੱਕ ਹੈਗਾ, ਪੂਰਾ ਆਪਾਂ ਭਰ ਦਾਂਗੇ ਰੰਗ। ਤੁਸੀਂ ਆਪਣੇ ਮਨ ਮੁਤਾਬਿਕ ਵੀ ਰੰਗ ਭਰ ਸਕਦੇ ਹੋ ਇਸ ਦੇ ਵਿੱਚ। ਅੱਗੇ ਚੱਲਦੇ ਹਾਂ। 5.1 ਦੇ ਵਿੱਚ ਕਿਹਾ ਗਿਆ ਲੈਂਥ ਬਾਰੇ ਗੱਲ ਕੀਤੀ ਗਈ ਹੈ। ਟੀਚਰ ਕਹਿੰਦੇ ਨੇ earlier you have learned how to measure length and distance with the help of hand span and feet and then with meter and centimeter। ਪਹਿਲਾਂ ਤੁਸੀਂ ਸਿੱਖਿਆ ਹੈ ਵੀ ਲੰਬਾਈ ਨੂੰ ਕਿਵੇਂ ਜਾਂ ਡਿਸਟੈਂਸ ਨੂੰ ਕਿਵੇਂ ਮਾਪਣਾ ਹੈਗਾ, ਹੱਥ ਦੇ ਨਾਲ, ਹੱਥ ਖੋਲ ਕੇ, ਜਾਂ ਫਿਰ ਆਪਣੇ ਫੀਟ ਦੇ ਨਾਲ, ਪੈਰਾਂ ਨਾਲ ਚੱਲ ਕੇ। ਉਹ ਆਪਾਂ ਦੇਖਿਆ ਸੀ ਮੀਟਰ ਦੇ ਵਿੱਚ ਵੀ, ਫਿਰ ਉਸ ਤੋਂ ਬਾਅਦ ਸਿੱਖਿਆ ਸੀ ਤੇ ਫਿਰ ਸੈਂਟੀਮੀਟਰ ਦੇ ਵਿੱਚ ਵੀ ਸਿੱਖ ਲਿਆ ਸੀ। ਤੇ ਅਧਿਆਪਕ ਪੁੱਛਦੇ ਨੇ ਡੂ ਯੂ ਰਿਮੈਂਬਰ ਵੇਅਰ ਮੀਟਰ ਇਜ਼ ਯੂਜ਼ਡ? ਕੀ ਤੁਹਾਨੂੰ ਯਾਦ ਹੈ ਵੀ ਮੀਟਰ ਕਿੱਥੇ ਯੂਜ਼ ਕੀਤਾ ਜਾਂਦਾ ਹੈ? ਤੇ ਇੱਕ ਬੱਚਾ ਕਹਿੰਦਾ ਯੈਸ ਸਰ, cloth merchant measures the length of clothes with meter rod। ਜੀ ਸਰ, ਕੱਪੜਾ ਵਪਾਰੀ ਮੀਟਰ ਦੇ ਡੰਡੇ ਦੇ ਨਾਲ ਕੱਪੜਿਆਂ ਦੀ ਲੰਬਾਈ ਮਾਪਦਾ ਹੈ। ਅੱਗੇ ਕਿਹਾ ਗਿਆ we use meter rod, measuring tape and inchy tape to measure length in meter। यानी कि मीटर ਦੀ ਇੱਕ ਰੋਡ ਵੀ ਹੁੰਦੀ ਹੈ, ਤੁਸੀਂ ਦੇਖਿਆ ਹੋਣਾ ਵਪਾਰੀਆਂ ਕੋਲ ਜਿਹੜੇ ਕੱਪੜਾ ਵੇਚਦੇ ਨੇ।
ਮੈਜਰਿੰਗ ਟੇਪ ਵੀ ਹੁੰਦੀ ਹੈ, ਇੰਚੀ ਟੇਪ ਵੀ ਹੁੰਦੀ ਹੈ, ਉਹਦੇ ਨਾਲ ਆਪਾਂ ਲੰਬਾਈ ਮਾਪ ਸਕਦੇ ਹਾਂ ਮੀਟਰਸ ਦੇ ਵਿੱਚ। ਇਹ ਜੀ ਦਿਖਦੀ ਹੈ ਕੁਝ ਟੇਪ। ਇੱਥੇ ਕਿਹਾ ਗਿਆ ਮੈਜਰਿੰਗ ਦ ਲੈਂਥ ਇਨ ਸੈਂਟੀਮੀਟਰ। ਜੇ ਹੁਣ ਸੈਂਟੀਮੀਟਰ ਦੇ ਵਿੱਚ ਤੁਸੀਂ ਲੈਂਥ ਮੈਜਰ ਕਰਨੀ ਹੋਏ ਤੇ ਫਿਰ ਆਪਾਂ ਕੀ ਵਰਤਦੇ ਹਾਂ? ਸਟੂਡੈਂਟਸ, what do we use to measure length of pencil, eraser and line segment in centimeters? ਅਧਿਆਪਕ ਪੁੱਛਦੇ ਨੇ ਵੀ ਬੱਚਿਓ ਪੈਨਸਿਲ ਦੀ ਲੰਬਾਈ ਹੋ ਗਈ, ਰਬੜ ਹੋ ਗਈ ਜਾਂ ਲਾਈਨ ਸੈਗਮੈਂਟ ਹੋ ਗਈ, ਜਿਹਦਾ ਮਤਲਬ ਹੈ ਇੱਥੋਂ ਲੈ ਕੇ ਇੱਥੇ ਖਤਮ ਹੋ ਜਾਂਦੀ ਹੈ ਇੱਕ ਲਕੀਰ, ਉਹਦੀ ਲੰਬਾਈ ਮਾਪਣ ਦੇ ਵਿੱਚ ਆਪਾਂ ਕੀ ਵਰਤਦੇ ਆ? ਉਹ ਤਾਂ ਹੁੰਦੀ ਸੈਂਟੀਮੀਟਰ ਦੇ ਵਿੱਚ ਹੈ। ਤੇ ਇੱਕ ਬੱਚਾ ਆਨਸਰ ਕਰਦਾ ਹੈ we use scale to measure the length in centimeter। ਵੀ ਅਸੀਂ ਸਕੇਲ ਦੀ ਵਰਤੋਂ ਕਰਦੇ ਹਾਂ ਲੰਬਾਈ ਨੂੰ ਸੈਂਟੀਮੀਟਰ ਦੇ ਵਿੱਚ ਮਾਪਣ ਲਈ। ਤੁਸੀਂ ਵੀ ਦੇਖਿਆ ਹੋਵੇਗਾ, ਤੁਹਾਡੇ ਕੋਲ ਹੋਏਗਾ ਅਜਿਹਾ ਸਕੇਲ। look at scale, there are 15 big marks। ਆ ਦੇਖੋ ਸਕੇਲ ਵੱਲ ਤੁਹਾਨੂੰ ਵੱਡੇ ਵੱਡੇ ਮਾਰਕਸ ਦਿਖਾਈ ਦੇਣਗੇ 1 ਤੋਂ ਲੈ ਕੇ 15 ਤੱਕ। ਐਂਡ ਦ ਡਿਸਟੈਂਸ ਬਿਟਵੀਨ them is called ਸੈਂਟੀਮੀਟਰ। ਯਾਨੀ ਇੱਥੋਂ ਲੈ ਕੇ ਇੱਥੇ ਤੱਕ 1 ਸੈਂਟੀਮੀਟਰ, ਇੱਥੋਂ ਲੈ ਕੇ ਇੱਥੇ ਤੱਕ 2 ਸੈਂਟੀਮੀਟਰ, ਫਿਰ 3, ਫਿਰ 4, ਇਦਾਂ ਕਰਦੇ ਕਰਦੇ 15 ਸੈਂਟੀਮੀਟਰ ਤੱਕ ਤੁਸੀਂ ਮਾਪ ਸਕਦੇ ਹੋ ਇਸ ਸਕੇਲ ਦੀ ਮਦਦ ਦੇ ਨਾਲ। We measure the length of small objects in centimeter with the help of scale। यानी कि छोटी चीज़ां दी जड़ी लंबाई है वो आपां सेंटीमीटर दे विच मापदे आ और किदे नाल माप सकदे आ? with the help of scale। scale दी मदद दे नाल। ये चीज़ याद रखियो, छोटी चीज़ां दे लई scale ते सेंटीमीटर। Let's do some examples। कुछ examples करते हैं। ਇੱਥੇ ਲਿਖਿਆ ਐਗਜ਼ਾਮਪਲ ਨੰਬਰ 1 ਦੇ ਵਿੱਚ measure the length of sharpener and line segment in centimeter। ਇਹ ਸ਼ਾਰਪਨਰ ਹੈਗਾ ਤੇ ਇੱਕ ਲਾਈਨ ਸੈਗਮੈਂਟ ਹੈਗੀ ਹੈ, ਇਹਦੀ ਕਿੰਨੀ ਲੰਬਾਈ ਹੈ ਉਹ ਦੱਸਣਾ ਹੈ ਸੈਂਟੀਮੀਟਰ ਦੇ ਵਿੱਚ। ਤੇ ਮੈਂ ਦੱਸਿਆ ਸੀ ਵੀ ਲੰਬਾਈ ਆਪਾਂ ਛੋਟੀਆਂ ਚੀਜ਼ਾਂ ਦੀ ਮਾਪ ਸਕਦੇ ਹਾਂ ਸਕੇਲ ਦੇ ਨਾਲ। ਇਹ 0 ਤੋਂ ਲੈ ਕੇ ਇੱਥੋਂ ਲੈ ਕੇ ਲਗਭਗ ਇੱਥੇ ਤੱਕ ਹੈਗਾ ਤੇ ਆਪਾਂ ਲਿਖਾਂਗੇ ਲੈਂਥ ਆਫ ਸ਼ਾਰਪਨਰ ਕਿੰਨੀ ਹੋ ਗਈ? 2 ਸੈਂਟੀਮੀਟਰ। ਆ ਦੇਖੋ ਲਾਈਨ ਸੈਗਮੈਂਟ ਦੀ ਗੱਲ ਕੀਤੀ ਜਾਏ ਇੱਥੋਂ ਲੈ ਕੇ ਸਿੱਧੀ ਜਾਂਦੀ ਹੈ ਤੇ 10 ਤੇ ਜਾ ਕੇ ਰੁਕ ਜਾਂਦੀ ਹੈ ਤੇ ਇਹਦੀ ਲੰਬਾਈ ਹੋ ਗਈ ਸਾਡੇ ਕੋਲ 10 ਸੈਂਟੀਮੀਟਰ। ਸੌਖਾ ਹੈ। ਐਗਜ਼ਾਮਪਲ ਨੰਬਰ 2 ਦੇ ਵਿੱਚ ਕਿਹਾ ਹੈ ਟੇਕ ਅ ਚੌਕ ਸਟਿਕ। ਇੱਕ ਚੌਕ ਦਾ ਡੰਡਾ ਲੈ ਲਓ। ਐਸਟੀਮੇਟ ਇਟਸ ਲੈਂਥ ਇਨ ਸੈਂਟੀਮੀਟਰ। ਤੇ ਤੁਸੀਂ ਪਹਿਲਾਂ ਸਕੇਲ ਯੂਜ਼ ਕੀਤੇ ਬਿਨਾ ਅੰਦਾਜ਼ਾ ਲਾਓ ਵੀ ਉਹਦੀ ਲੰਬਾਈ ਕਿੰਨੀ ਹੈਗੀ ਹੈ। ठीक है। also find the exact length with the help of scale। ਹੁਣ ਤੁਸੀਂ ਅਸਲ ਉਹਦੀ ਜਿਹੜੀ ਲੰਬਾਈ ਹੈ ਉਹ ਵੀ ਲੱਭੋ ਸਕੇਲ ਦੀ ਮਦਦ ਦੇ ਨਾਲ। estimate length of chalk। ਮੰਨ ਲਓ ਤੁਸੀਂ ਕਿਹਾ ਵੀ ਇਹਦੀ ਲੰਬਾਈ ਮੈਨੂੰ ਦੇਖ ਕੇ ਲੱਗ ਰਿਹਾ ਵੀ ਇਹ 5 ਸੈਂਟੀਮੀਟਰ ਹੈਗੀ ਹੈ ਅੰਦਾਜ਼ਨ। ਤੇ actual length of chalk stick ਅਸਲ ਦੇ ਵਿੱਚ ਕਿੰਨੀ ਲੰਬਾਈ ਹੈਗੀ ਹੈ ਉਹਦੀ ਜੇ ਆਪਾਂ ਮਾਪੀਏ ਇੱਥੋਂ ਲੈ ਕੇ ਇੱਥੇ ਤੱਕ, ਸ਼ੁਰੂ ਇੱਥੋਂ ਕਰਨਾ ਹੈ, ਉਹ ਹੈਗੀ ਹੈ ਸਾਡੇ ਕੋਲ 6 ਸੈਂਟੀਮੀਟਰ। ਠੀਕ ਹੈ। ਰਿਮੈਂਬਰ ਹਮੇਸ਼ਾ ਯਾਦ ਰੱਖਿਓ always start from 0 when we measure by scale। ਹਮੇਸ਼ਾ 0 ਤੋਂ ਸ਼ੁਰੂ ਕਰਨਾ ਹੈ ਜਦ ਵੀ ਤੁਸੀਂ ਸਕੇਲ ਵਰਤਣਾ ਹੈ। ਅੱਗੇ ਚੱਲਦੇ ਹਾਂ। ਥਰਡ ਐਗਜ਼ਾਮਪਲ ਹੈਗਾ find the distance between given points। 2 ਪੁਆਇੰਟਸ ਹੈਗੇ ਨੇ, ਆਹਾ ਇੱਕ ਪੁਆਇੰਟ, ਆਹਾ ਦੂਜਾ ਪੁਆਇੰਟ, ਦੋਨਾਂ ਦੇ ਵਿੱਚ ਕਿੰਨਾ ਡਿਸਟੈਂਸ ਹੈਗਾ ਦਿਖਾਈ ਦੇ ਰਿਹਾ 0 ਤੋਂ ਲੈ ਕੇ 8 ਤੱਕ, ਯਾਨੀ ਕਿ 8 ਸੈਂਟੀਮੀਟਰ। ਇੱਥੇ ਵੀ ਫੋਰਥ ਐਗਜ਼ਾਮਪਲ ਦੇ ਵਿੱਚ ਕਿਹਾ ਹੈ ਫਾਈਂਡ ਦ ਡਿਸਟੈਂਸ ਬਿਟਵੀਨ ਗਿਵਨ ਪੁਆਇੰਟਸ। ਇੱਕ ਪੁਆਇੰਟ ਆਹਾ, ਦੂਜਾ ਆਹਾ, ਕਿੰਨਾ ਡਿਸਟੈਂਸ ਹੈ? ਲੈਂਥ ਜਾਂ ਡਿਸਟੈਂਸ ਬਿਟਵੀਨ 2 ਪੁਆਇੰਟਸ ਹੈਗਾ 4 ਸੈਂਟੀਮੀਟਰ। ਅੱਗੇ ਦਿੱਤੀ ਹੋਈ ਹੈ ਸਾਨੂੰ ਐਕਸਰਸਾਈਜ਼ 5.1। ਟਰਾਈ ਕਰਦੇ ਹਾਂ। ਕੰਪਲੀਟ ਦ ਟੇਬਲ। ਟੇਬਲ ਕੰਪਲੀਟ ਕਰਨਾ। ਇੱਥੇ ਆਈਟਮਸ ਦਿੱਤੀਆਂ ਹੋਈਆਂ, ਤੁਸੀਂ ਲਗਭਗ ਅੰਦਾਜ਼ਾ ਲਾ ਕੇ ਇੱਥੇ ਸੈਂਟੀਮੀਟਰ ਦੇ ਵਿੱਚ ਲਿਖਣਾ ਹੈ ਇਹਦਾ ਲੰਬਾਈ ਕਿੰਨੀ ਹੈ। ਪਹਿਲਾਂ ਅੰਦਾਜ਼ਾ ਲਾਣਾ ਹੈ, ਫਿਰ ਐਕਚੁਅਲ ਅਸਲ ਦੇ ਵਿੱਚ ਜੋ ਲੰਬਾਈ ਹੈਗੀ ਹੈ ਉਹ ਲਿਖਣੀ ਹੈ। ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਕੰਗੀ ਤੋਂ, ਜਿਹਨੂੰ ਆਪਾਂ ਕਹੀਦਾ ਕੌਮ। ਕੌਮ ਦੀ ਐਸਟੀਮੇਟ ਅੰਦਾਜ਼ਨ ਤੁਹਾਨੂੰ ਕੀ ਲੱਗ ਰਿਹਾ? ਮੰਨ ਲਓ ਮੈਂ ਲਿਖਿਆ ਇੱਥੇ 7 ਸੈਂਟੀਮੀਟਰ ਲੈਂਥ, ਜਦ ਮੈਂ ਕੀਤੀ ਮੇਰੀ ਕੰਗੀ ਦੀ ਲੈਂਥ ਸੀ 8 ਸੈਂਟੀਮੀਟਰ। ਤੁਸੀਂ ਸਕੇਲ ਵਰਤ ਸਕਦੇ ਹੋ। ਇਹ ਹੈਗੀ ਹੈ ਬੁੱਕ ਜਾਂ ਤੁਸੀਂ ਕਹਿ ਸਕਦੇ ਹੋ ਕਾਪੀ। ਇਹਦੀ ਮੈਨੂੰ ਲੱਗ ਰਹੀ ਹੈ ਲੰਬਾਈ ਜਿਹੜੀ ਹੋਏਗੀ ਉਹ ਹੋਏਗੀ 8 ਸੈਂਟੀਮੀਟਰ।
जद मैं लंबाई देखी अपनी किसी भी बुक दी वो निकली एक 6 सेंटीमीटर। ये हैगा स्पून जिन्हों आपां कहीदा चम्मच, ਇਹਦੀ लंबाई सीगी 9 सेंटीमीटर जो मैनू लग रहा सी पर असल दे विच निकली 8 सेंटीमीटर। उवें ही ये हैगी है की यानी कि चाबी, ਇਹਦੀ लंबाई 3 सेंटीमीटर लग रही सी ते निकली भी 3 सेंटीमीटर। पेंसिल, ਇਹਦੀ लंबाई मैनू लग रहा सी होएगी 6 सेंटीमीटर ते ओही निकली 6 सेंटीमीटर। ठीक है, आगे फाइंड द डिस्टेंस बिटवीन गिवन डॉट्स एंड गिव द फॉलोइंग आंसर। पहला तुसी की करना है, इत्थों लैके ए तो लैके बी तक स्केल रखना है एक सीधा ते देखना है भी यदि लंबाई कितनी हैगी है। डिस्टेंस फ्रॉम पॉइंट ए टू बी जब मैं मापिया सी वो आ रहा सी 4 सेंटीमीटर। ठीक है, बी पार्ट दे विच के है डिस्टेंस फ्रॉम पॉइंट बी तो लैके डी तक एदी लंबाई मैं जद मापी सी वो आ रही सी 6 सेंटीमीटर। तुसी बुक ते अपना स्केल रख के लंबाई माप सकते हो। सी पार्ट हैगा डिस्टेंस फ्रॉम पॉइंट ए टू ई, इत्थों लैके इत्थे तक दा डिस्टेंस वो हैगा 14 सेंटीमीटर जद मैं मापिया। अगला है फॉर पॉइंट सी तो लैके डी तक दा डिस्टेंस वो निकल के आ रहा है मेरा 5 सेंटीमीटर। उस तो बाद है डिस्टेंस फ्रॉम पॉइंट बी तो लैके इत्थों लैके ई तक दा डिस्टेंस वो हैगा 11 सेंटीमीटर। ते डिस्टेंस फ्रॉम पॉइंट ए टू डी यानी कि आपां लेना है ए तो लैके डी तक दा डिस्टेंस वो साडे कोल आ रहा है 8 सेंटीमीटर। तुसी अपनी बुक दे हिसाब नाल देख के फिर ही आंसर लिखियो। अगे चलते हैं, मेजर लेंथ इन सेंटीमीटर्स एंड मिलीमीटर। हुण लेंथ मापनी है सेंटीमीटर दे विच भी ते मिलीमीटर। सेंटीमीटर तो छोटा हुंदा मिलीमीटर। मैं समझांदी हां किवें। इत्थे टीचर कह रहे ने स्टूडेंट्स हैव यू सीन स्मॉल मार्क्स बिटवीन सेंटीमीटर, कि तुसी सेंटीमीटर दे विचकार छोटे छोटे मार्क्स देखे ने। आ देखो जिवें स्केल हैगा इहदे विच छोटे छोटे जिहड़े मार्क्स हैगे ने। ठीक है, इन्हां नूं आपां कहीदा मिलीमीटर, याद रखियो। हर एक सेंटीमीटर दे विच छोटे छोटे जे मार्क्स हुंदे ने। ते टीचर दे जवाब नूं स्टूडेंट कहंदे यस सर। फिर टीचर कहंदे ने डू यू नो हाउ मैनी अनदर स्मॉल मार्क्स आर देयर बिटवीन 0 एंड 1 सेंटीमीटर, यानी कि 0 तो लैके 1 सेंटीमीटर दे विचकार किन्ने छोटे छोटे मार्क्स आंदे ने। अनदर नहीं आएगा, हाउ मैनी स्मॉल मार्क्स आएगा। ते स्टूडेंट कहंदा नो सर। फिर टीचर पूछते ने डू यू नो व्हाट आर दीज स्मॉल मार्क्स, की थानू फिर पता भी है छोटे छोटे मार्क्स की हुंदे ने। ते फिर बच्चा कहंदा नो सर। ते अध्यापक समझाते ने दीज स्मॉल मार्क्स आर साइंस फॉर मिलीमीटर। मिलीमीटर दे निशान हैगे ने। आ देखो इत्थों लैके इत्थे तक मापिया होया ये हैगा 1 मिलीमीटर। ते 1 सेंटीमीटर बेशक 6 तो लैके 7 तक चले जाओ ओदे विच आ जांदे ने 10 मिलीमीटर्स। किन्ने आ जांदे ने 10। These marks are signs for millimeter. There are 10 marks between a centimeter. किसी भी नंबर तो दूजे नंबर तक जान लई थानू 10 मिलीमीटर कवर करने पैणगे। देख लंदे आ गिन के। आ देखो 1 सेंटीमीटर इज इक्वल टू 10 मिलीमीटर। जिहड़ा 10th हुंदा वो अगला नंबर ही हुंदा। गिन के देख लंदे आ देखो 1 2 3 4 5 6 7 8 9 ते ए हो गया 10। ए हो गए 10 मिलीमीटर। हुण इत्थे के है मेजरिंग द लेंथ इन सेंटीमीटर एंड मिलीमीटर। तुसी हुण लेंथ मेजर करनी है सेंटीमीटर ते मिलीमीटर दे विच। ਇਹ ਜਿਹੜਾ ਵੱਡਾ ਵਿੱਚ ਨਿਸ਼ਾਨ ਹੁੰਦਾ ਇਹ ਹੁੰਦਾ 5 ਦਾ ਮਾਰਕ। ਆ ਦੇਖੋ ਤੁਹਾਨੂੰ ਦਿਖਾਈ ਦੇ ਰਿਹਾ 5 ਤੱਕ ਹੁੰਦਾ। ਹੁਣ ਦੇਖੋ ਲੈਂਥ ਆਫ ਪੈਨਸਿਲ ਕਿੰਨੀ ਹੈ ਐਂਡ ਲੈਂਥ ਆਫ ਲਾਈਨ ਸੈਗਮੈਂਟ ਲੱਭਣੀ ਹੈ ਸੈਂਟੀਮੀਟਰ ਤੇ ਮਿਲੀਮੀਟਰ ਦੇ ਵਿੱਚ। ਇਹ ਸਿੱਧੀ ਸੈਂਟੀਮੀਟਰ ਕਿੰਨੇ ਹੈਗੇ ਨੇ 5 ਤੇ ਉਸ ਤੋਂ ਬਾਅਦ ਕਿੱਥੇ ਜਾ ਕੇ ਰੁਕ ਰਹੀ ਹੈ ਇੱਥੇ ਜਾ ਕੇ ਰੁਕ ਰਹੀ ਹੈ। ਜੋ ਵਿਚਕਾਰ ਲੰਬੀ ਲਾਈਨ ਹੈਗੀ ਹੈ ਉਹ ਹੋ ਗਿਆ 5 ਮਿਲੀਮੀਟਰ। 5 सेंटीमीटर 5 मिलीमीटर। उवें ही जे आपां गल करिए लाइन सैगमेंट दी आ भी विचकार जाके रुक रही है।
ਇਹ ਹੋ ਗਿਆ 5 ਮਿਲੀਮੀਟਰ ਤੇ ਸੈਂਟੀਮੀਟਰ ਕਿੰਨੇ ਹੋ ਗਏ 2 सेंटीमीटर। अगे आ गई एक्सरसाइज 5.2 पहला क्वेश्चन मेजर द लेंथ ऑफ गिवन आइटम्स इन सेंटीमीटर एंड मिलीमीटर। ठीक है, ਇਹਦੇ ਵਿੱਚ ਲੈਂਥ ਦੱਸਣੀ ਹੈ, ਤੁਸੀਂ ਸਕੇਲ ਯੂਜ਼ ਕਰੋਗੇ। ਸਭ ਤੋਂ ਪਹਿਲਾਂ ਆਪਾਂ ਦੱਸਾਂਗੇ ਪੈਨ ਦੀ ਕਿੰਨੀ ਲੈਂਥ ਹੈ। ਮੈਂ ਜੋ ਮੈਜਰ ਕੀਤੀ ਉਹ ਆ ਰਹੀ ਹੈ 4 ਸੈਂਟੀਮੀਟਰ ਤੇ 7 ਮਿਲੀਮੀਟਰ, ਤੁਸੀਂ ਚੈੱਕ ਜ਼ਰੂਰ ਕਰਿਓ। ਫਿਰ ਉਸ ਤੋਂ ਬਾਅਦ ਬੈਂਡੇਜ ਇਹਦੀ ਹੈਗੀ ਹੈ 3 ਸੈਂਟੀਮੀਟਰ 9 ਮਿਲੀਮੀਟਰ। ਸੈੱਲ ਦੀ ਇਹਦੀ ਆ ਰਹੀ ਸੀ 3 ਸੈਂਟੀਮੀਟਰ ਤੇ 9 ਮਿਲੀਮੀਟਰ। ਕੈਂਡਲ ਦੀ ਗੱਲ ਕਰੀਏ 6 ਸੈਂਟੀਮੀਟਰ ਤੇ 5 ਮਿਲੀਮੀਟਰ ਇਹਦੀ ਲੈਂਥ ਹੈਗੀ ਹੈ। ਸੈਕਿੰਡ ਕੁਐਸਚਨ ਹੈਗਾ ਮੈਜਰ ਦ ਲੈਂਥ ਆਫ ਲਾਈਨ ਸੈਗਮੈਂਟ। ਹੁਣ ਇਹਨਾਂ ਦੀ ਲੈਂਥ ਮੈਜਰ ਕਰਨੀ ਹੈ। ਲਾਈਨ ਲਕੀਰ ਮਾਰੀ ਹੋਈ ਆ, ਤੁਸੀਂ ਦੇਖ ਰਹੇ ਹੋਗੇ 1 2 ਆਹਾ, ਇਹਨਾਂ ਦੀ ਲੈਂਥ ਮੈਜਰ ਕਰਕੇ ਥੱਲੇ ਲਿਖਣਾ ਹੈ। ਇਹ ਮੈਂ ਪਹਿਲਾਂ ਹੀ ਮੇਜਰ ਕੀਤੀ ਹੋਈ ਹੈ। ਪਹਿਲੇ ਵਾਲੇ ਦੀ ਆ ਰਹੀ ਹੈ 3 ਸੈਂਟੀਮੀਟਰ 7 ਮਿਲੀਮੀਟਰ। ਬੀ ਪਾਰਟ ਦੇ ਵਿੱਚ ਇਹਦੀ ਆ ਰਹੀ ਹੈ ਲੈਂਥ 4 ਸੈਂਟੀਮੀਟਰ 6 ਮਿਲੀਮੀਟਰ। ਸੀ ਪਾਰਟ ਦੇ ਵਿੱਚ 5 ਸੈਂਟੀਮੀਟਰ 2 ਮਿਲੀਮੀਟਰ। ਡੀ ਪਾਰਟ ਦੇ ਵਿੱਚ 6 ਸੈਂਟੀਮੀਟਰ 8 ਮਿਲੀਮੀਟਰ। ਈ ਪਾਰਟ ਦੇ ਵਿੱਚ ਆ ਰਹੀ ਹੈ 8 ਸੈਂਟੀਮੀਟਰ 3 ਮਿਲੀਮੀਟਰ। ਤੇ ਗੱਲ ਕੀਤੀ ਜਾਏ ਐਫ ਪਾਰਟ ਦੀ, ਉਹਦੇ ਵਿੱਚ ਆ ਰਹੀ ਹੈ 12 ਸੈਂਟੀਮੀਟਰ 5 ਮਿਲੀਮੀਟਰ। ਅੱਗੇ ਚੱਲਦੇ ਹਾਂ। ਇੱਥੇ ਹੈਗਾ ਥਰਡ ਕੁਐਸਚਨ ਮੈਜਰ ਦ ਲੈਂਥ ਐਂਡ ਬ੍ਰੈਡਥ ਆਫ ਗਿਵਨ ਕਰੰਸੀ ਨੋਟ। ਹੁਣ ਲੈਂਥ ਕੀ ਹੁੰਦੀ ਹੈ, ਇਹਨੂੰ ਕਹੀਦਾ ਇਹ ਹੋ ਗਈ ਲੈਂਥ, ਤੇ ਐਦਾਂ ਕਰਕੇ ਜਿਹੜੀ ਹੁੰਦੀ ਹੈ ਉਹਨੂੰ ਕਹੀਦਾ ਬ੍ਰੈਡਥ। ਚਲੋ ਲੈਂਥ ਮਾਪ ਲੈਂਦੇ ਆ। ਜਦ ਮੈਂ ਲੈਂਥ ਮਾਪੀ ਸੀ ਇਹਦੀ, ਮੇਰੇ ਕੋਲ ਲੈਂਥ ਆ ਰਹੀ ਸੀ 16 ਸੈਂਟੀਮੀਟਰ 8 ਮਿਲੀਮੀਟਰ। ਬ੍ਰੈਡਥ ਆ ਰਹੀ ਹੈ ਇਹ ਵਾਲੀ, ਇਸੇ ਨੋਟ ਦੀ ਜਿਹੜੀ ਬ੍ਰੈਡਥ ਆ ਰਹੀ ਹੈ ਉਹ ਹੈਗੀ ਹੈ 6 ਸੈਂਟੀਮੀਟਰ 6 ਮਿਲੀਮੀਟਰ। ਅੱਗੇ ਚੱਲਦੇ ਆ। ਇੱਥੇ ਹੈਗਾ 200 ਦਾ ਨੋਟ। ਇਹਦੀ ਇਹ ਵਾਲੀ ਜਿਹੜੀ ਲੈਂਥ ਹੈਗੀ ਹੈ ਉਹ ਆ ਰਹੀ ਹੈ 14 ਸੈਂਟੀਮੀਟਰ 6 ਮਿਲੀਮੀਟਰ। ਤੇ ਇਹ ਵਾਲੀ ਜਿਹੜੀ ਬ੍ਰੈਡਥ ਹੈਗੀ ਹੈ ਉਹ ਆ ਰਹੀ ਹੈ 6 ਸੈਂਟੀਮੀਟਰ ਤੇ 6 ਮਿਲੀਮੀਟਰ। ਠੀਕ ਹੈ ਬੇਟਾ, ਇਹ ਹੋ ਗਈ ਅੱਜ ਦੀ ਕਲਾਸ, ਤੇ ਹੁਣ ਆਪਾਂ ਅਗਲੀ ਕਲਾਸ ਦੇ ਵਿੱਚ ਅੱਗੇ ਕਰਾਂਗੇ। ਤਦ ਤੱਕ ਟੇਕ ਕੇਅਰ, ਬਾਏ ਬਾਏ।